ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਆਧੁਨਿਕ ਕਾਵਿ ਦੇ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀਆਂ ਕਵਿਤਾਵਾਂ ਬਾਰੇ ਗੱਲਬਾਤ ਕਰਾਂਗੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ 22 ਮਈ 1897 ਈਸਵੀ ਨੂੰ ਪਿਤਾ ਸਰਦਾਰ ਸੁੰਦਰ ਸਿੰਘ ਅਤੇ ਮਾਤਾ ਸਰਦਾਰਨੀ ਇੰਦਰ ਕੌਰ ਦੇ ਘਰ ਪਿੰਡ ਗਲੋਟੀਆ ਖੁਰਦ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਡਾਕਟਰ ਦੀਵਾਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦੀ ਤਰ੍ਹਾਂ ਮਸਤ, ਅਲਬੇਲੀ ਅਤੇ ਵਿਦਰੋਹੀ ਤਬੀਅਤ ਵਾਲੇ ਕਵੀ ਸਨ। ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਮੁਕਤ ਛੰਦ ਵਾਲੀ ਕਵਿਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਹੀ ਸਫਲਤਾ ਨਾਲ ਲਿਖੀ ਹੈ। ਵਿਅੰਗ, ਸੰਜਮ ਅਤੇ ਤਿੱਖਾ ਵਲਵਲਾ ਆਪ ਜੀ ਦੀ ਕਵਿਤਾ ਦੇ ਪ੍ਰਧਾਨ ਗੁਣ ਹਨ। ਆਪ ਸਵੈ-ਮਾਣ ਦੀ ਮੂਰਤੀ ਸਨ। ਡਾਕਟਰੀ ਅਤੇ ਸਮਾਜ ਸੇਵਾ ਕਰਨ ਕਰਕੇ ਆਪ ਬੜੇ ਹਰਮਨ ਪਿਆਰੇ ਸਨ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਅੰਤਲਾ ਜੀਵਨ ਅੰਡੇਮਾਨ ਦੇ ਟਾਪੂਆਂ ਵਿੱਚ ਗੁਜ਼ਰਿਆ। ਵਗਦੇ ਪਾਣੀ, ਅੰਤਿਮ ਲਹਿਰਾਂ, ਮੇਰਾ ਜੀਵਨ ਮੇਰਾ ਗੀਤ, ਸਹਿਜ ਸੰਚਾਰ ਅਤੇ ਮਲਿਆਂ ਦੇ ਬੇਰ ਆਪ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ। 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀਆਂ 3 ਕਵਿਤਾਵਾਂ ਸ਼ਾਮਿਲ ਹਨ। ਪਹਿਲੀ ਕਵਿਤਾ ਦਾ ਨਾਂ ਹੈ ਵਗਦੇ ਪਾਣੀ। ਇਸ ਕਵਿਤਾ ਵਿੱਚ ਕਵੀ ਨੇ ਜ਼ਿੰਦਗੀ ਦੀ ਪਾਣੀ ਨਾਲ ਤੁਲਨਾ ਕਰਕੇ ਉਸ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕੀਤੀ ਹੈ। ਕਵੀ ਅਨੁਸਾਰ ਜ਼ਿੰਦਗੀ ਅਤੇ ਪਾਣੀ ਦੇ ਨਿਰੰਤਰ ਚੱਲਦੇ ਰਹਿਣ ਕਰਕੇ ਹੀ ਦੋਵਾਂ ਦੀ ਤਾਜ਼ਗੀ ਬਣੀ ਰਹਿੰਦੀ ਹੈ। ਕਵਿਤਾ ਹੈ, ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੋਂਦੇ ਨੇ, ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ। ਸੋਂਦੇ ਸ਼ਬਦ ਦਾ ਅਰਥ ਹੈ ਸੋਹਣੇ ਲੱਗਦੇ। ਬੁੱਸਦੇ ਸ਼ਬਦ ਦਾ ਅਰਥ ਹੈ ਬਦਬੋ ਮਾਰਦੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਆਪਣੀ ਇੱਛਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਜ਼ਿੰਦਗੀ ਨੂੰ ਪਾਣੀ ਦੀ ਤਰ੍ਹਾਂ ਹਮੇਸ਼ਾ ਵਗਦੇ ਹੀ ਰਹਿਣਾ ਚਾਹੀਦਾ ਹੈ। ਜ਼ਿੰਦਗੀ ਚੱਲਦੀ ਅਤੇ ਪਾਣੀ ਵਗਦੇ ਹੀ ਸੋਹਣੇ ਲੱਗਦੇ ਹਨ। ਜੇਕਰ ਇਹ ਖੜ ਜਾਣ ਤਾਂ ਪਾਣੀ ਵਿੱਚ ਬਦਬੂ ਪੈਦਾ ਹੋ ਜਾਂਦੀ ਹੈ ਅਤੇ ਜ਼ਿੰਦਗੀ ਵਿੱਚ ਵੀ ਵਿਕਾਰ ਪੈਦਾ ਹੋ ਜਾਂਦੇ ਹਨ। ਭਾਵ ਜਿਸ ਤਰ੍ਹਾਂ ਪਾਣੀ ਵਗਦੇ ਹੀ ਰਹਿਣੇ ਚਾਹੀਦੇ ਹਨ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਜਿੱਤਾਂ, ਹਾਰਾਂ ਅਤੇ ਸੰਘਰਸ਼ਾਂ ਦਾ ਸਿਲਸਿਲਾ ਨਿਰੰਤਰ ਚੱਲਦਾ ਹੀ ਰਹਿਣਾ ਚਾਹੀਦਾ ਹੈ। ਜ਼ਿੰਦਾ ਮਿਲੀਆਂ ਹੀ ਰਹਿਣ ਕਿ ਮਿਲੀਆਂ ਜੀਂਦੀਆਂ ਨੇ, ਵਿਛੜਿਆਂ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜ਼ਿੰਦਗੀ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਮੇਲ ਮਿਲਾਪ ਜੀਵਨ ਨੂੰ ਜਿਉਂਦਾ ਰੱਖਦਾ ਹੈ। ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਮਿਲਦੀਆਂ ਰਹਿਣੀਆਂ ਚਾਹੀਦੀਆਂ ਹਨ। ਜੇਕਰ ਜ਼ਿੰਦਗੀਆਂ ਮਿਲਦੀਆਂ ਰਹਿਣਗੀਆਂ ਤਾਂ ਹੀ ਉਹ ਜਿਉਂਦੀਆਂ ਰਹਿਣਗੀਆਂ। ਜਦੋਂ ਜੀਵਨ ਵਿੱਚ
ਵਿਛੋੜਾ ਆ ਜਾਵੇ ਤਾਂ ਜ਼ਿੰਦਗੀਆਂ ਮਰ ਜਾਂਦੀਆਂ ਹਨ। ਇਸ ਲਈ ਮਨੁੱਖੀ ਜ਼ਿੰਦਗੀ ਦਾ ਆਪਸੀ ਮਿਲਾਪ ਅਤੇ ਪਿਆਰ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ। ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ। ਕਵੀ ਜ਼ਿੰਦਗੀ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਰੂਹਾਂ ਉੱਡਦੀਆਂ ਰਹਿਣੀਆਂ ਚਾਹੀਦੀਆਂ ਹਨ। ਮਨੁੱਖ ਅੰਦਰ ਵਸਦੀਆਂ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਦੀਆਂ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਜੋ ਰੂਹਾਂ ਉੱਚੀਆਂ ਉਡਾਰੀਆਂ ਮਾਰਦੀਆਂ ਹਨ ਉਹੀ ਜੀਵਨ ਵਿੱਚ ਵਿਕਾਸ ਦੀ ਰਾਹ ਉੱਪਰ ਚੱਲਦੀਆਂ ਹਨ। ਵਿਕਾਸ ਦੇ ਰਾਹ ਉੱਪਰ ਚੱਲ ਕੇ ਉਹ ਮੰਜ਼ਿਲ ਨੂੰ ਪਾਰ ਕਰ ਲੈਂਦੀਆਂ ਹਨ। ਜੇਕਰ ਰੂਹਾਂ ਅੰਦਰ ਉਡਾਰੀਆਂ ਭਰਨ ਦੇ ਯਤਨ ਖਤਮ ਹੋ ਜਾਣ ਤਾਂ ਉਹ ਗਿਰਾਵਟ ਵੱਲ ਨੂੰ ਚਲੀਆਂ ਜਾਂਦੀਆਂ ਹਨ। ਇਸ ਲਈ ਮਨੁੱਖੀ ਜੀਵਨ ਅੰਦਰ ਕਦੇ ਵੀ ਠਹਿਰ ਨਹੀਂ ਆਉਣੀ ਚਾਹੀਦੀ ਅਤੇ ਮਨੁੱਖੀ ਰੂਹਾਂ ਹਮੇਸ਼ਾ ਹੀ ਉੱਡਦੀਆਂ ਰਹਿਣੀਆਂ ਚਾਹੀਦੀਆਂ ਹਨ। ਤੇ ਮੈਂ ਟੁਰਦਾ ਹੀ ਰਹਾਂ ਕਿ ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਣਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾਂ। ਕਵੀ ਆਪਣੀ ਇੱਛਾ ਨੂੰ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ ਕਿ ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਹਮੇਸ਼ਾ ਤੁਰਦਾ ਹੀ ਰਹਿਣਾ ਚਾਹੁੰਦਾ ਹੈ, ਕਿਉਂਕਿ ਤੁਰਨ ਨਾਲ ਹੀ ਉਹ ਅੱਗੇ ਵੱਧਦਾ ਰਹਿ ਸਕਦਾ ਹੈ। ਉਹ ਕਦੇ ਵੀ ਰੁਕਣਾ ਨਹੀਂ ਚਾਹੁੰਦਾ, ਕਿਉਂਕਿ ਰੁਕਣ ਨਾਲ ਉਸ ਦਾ ਵਿਕਾਸ ਨਹੀਂ ਹੋਵੇਗਾ, ਸਗੋਂ ਉਹ ਪਤਨ ਵੱਲ ਜਾਵੇਗਾ। ਇਸ ਲਈ ਜੀਵਨ ਵਿੱਚ ਹਮੇਸ਼ਾ ਉਹ ਤੁਰਦਾ ਹੋਇਆ ਅੱਗੇ ਤੋਂ ਅੱਗੇ ਹੀ ਵੱਧਦਾ ਰਹਿਣਾ ਚਾਹੁੰਦਾ ਹੈ। ਇਹ ਸੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਵਗਦੇ ਪਾਣੀ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਜੀਵਨ ਨੂੰ ਪਾਣੀ ਵਾਂਗ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਅਤੇ ਵਿਕਾਸ ਹੈ। ਮਨੁੱਖੀ ਜੀਵਨ ਦੀ ਏਕਤਾ ਹੀ ਉਸ ਨੂੰ ਜਿਉਂਦਾ ਰੱਖਦੀ ਹੈ। ਉਸ ਦੀਆਂ ਰੂਹਾਂ ਉਡਾਰੀਆਂ ਭਰਦੀਆਂ ਹਨ ਅਤੇ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਦੀਆਂ ਹਨ। 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਦੂਸਰੀ ਸ਼ਾਮਿਲ ਕਵਿਤਾ ਦਾ ਨਾਂ ਹੈ ਫਕੀਰ ਦੀ ਸਦਾ। ਇਸ ਕਵਿਤਾ ਵਿੱਚ ਕਵੀ ਮਨੁੱਖ ਨੂੰ ਪਰਮਾਤਮਾ ਦੀਆਂ ਮਿਹਰਾਂ ਅਤੇ ਦਾਤਾਂ ਪ੍ਰਾਪਤ ਕਰਨ ਲਈ ਰਲ ਮਿਲ ਕੇ ਰਹਿਣ, ਵੰਡ ਕੇ ਖਾਣ ਅਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦੇ ਰਹੇ ਹਨ। ਕਵਿਤਾ ਹੈ: ਦਿਓ ਕਿ ਵਧੋਗੇ, ਵੰਡੋ ਨਾ ਮੁੱਕੋਗੇ, ਖਵਾਓ ਕਿ ਖਾਓਗੇ, ਜਿਉਣ ਦਿਓ ਕਿ ਜੀਵੋਗੇ, ਗੱਫੇ ਦੇ ਭਰ ਭਰ ਬਾਟੇ, ਪਿਆਰ ਦੇ, ਉਦਮ ਦੇ, ਖੁਸ਼ੀ ਦੇ, ਖੇੜੇ ਦੇ, ਗੁਆਂਢੀਆਂ ਨੂੰ, ਯਾਰਾਂ ਨੂੰ, ਗੈਰਾਂ ਨੂੰ, ਨਾ ਮਹਿਰਮਾਂ ਨੂੰ। ਗੱਫੇ ਸ਼ਬਦ ਦਾ ਅਰਥ ਹੈ ਬਹੁਤਾ ਕੁਝ ਜਾਂ ਧਨ ਜਾਂ ਲਾਭ। ਨਾ ਮਹਿਰਮਾਂ ਸ਼ਬਦ ਦਾ ਅਰਥ ਹੈ ਜਿਹੜੇ ਯਾਰ ਦੋਸਤ ਜਾਣਕਾਰ ਨਾ ਹੋਣ, ਭਾਵ ਗੈਰ ਜਾਂ ਅਣਜਾਣ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਫਕੀਰ ਦੇ ਰੂਪ ਵਿੱਚ ਮਨੁੱਖਤਾ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਅਸੀਂ ਦੂਸਰਿਆਂ ਨੂੰ ਵੰਡਾਂਗੇ ਤਾਂ ਸਾਡੇ ਧਨ ਮਾਲ ਵਿੱਚ ਵਾਧਾ ਹੋਵੇਗਾ। ਜੋ ਮਨੁੱਖ ਦੂਸਰਿਆਂ ਨੂੰ ਵੰਡ ਸਕਦੇ ਹਨ ਉਹਨਾਂ ਨੂੰ ਵੰਡ ਦੇਣਾ ਚਾਹੀਦਾ ਹੈ। ਵੰਡਣ ਨਾਲ ਉਹਨਾਂ ਦਾ ਕੁਝ ਵੀ ਖਤਮ ਨਹੀਂ ਹੋਵੇਗਾ। ਜਿੰਨਾ ਦੂਸਰਿਆਂ ਨੂੰ ਖਵਾ ਸਕਦੇ ਹਾਂ
ਖੁਆ ਦੇਣਾ ਚਾਹੀਦਾ ਹੈ। ਵੰਡਣ ਨਾਲ ਕੋਈ ਵੀ ਚੀਜ਼ ਖਤਮ ਨਹੀਂ ਹੁੰਦੀ। ਸਾਨੂੰ ਦੂਸਰਿਆਂ ਨੂੰ ਜਿਉਣ ਦੇਣਾ ਚਾਹੀਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਮਨੁੱਖੀ ਜੀਵਨ ਵਿੱਚ ਆਨੰਦ ਅਤੇ ਸੌਖ ਉਤਪੰਨ ਹੋਵੇਗੀ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਆਪਣੇ ਗੁਆਂਢੀਆਂ ਨੂੰ, ਮਿੱਤਰਾਂ ਨੂੰ ਅਤੇ ਪਰਾਇਆਂ ਨੂੰ ਪਿਆਰ ਦੇ, ਉਦਮ ਦੇ, ਖੁਸ਼ੀ ਦੇ ਖੇੜੇ ਦੇ ਬਾਟੇ ਭਰ ਭਰ ਕੇ ਵੰਡਣੇ ਚਾਹੀਦੇ ਹਨ। ਤੇ ਸਭ ਦਾ ਰੱਬ ਭੰਡਾਰ ਖੋਲ੍ਹ ਦੇਵੇਗਾ ਤੁਹਾਡੇ ਲਈ ਰਹਿਮਤਾਂ ਦੇ, ਰਹਿਮਾਂ ਦੇ, ਬਖਸ਼ਿਸ਼ਾਂ ਦੇ, ਤੇ ਸਦਾ ਰੱਖੇਗਾ ਤੁਹਾਨੂੰ ਛਤਰ ਛਾਇਆ ਹੇਠ ਆਪਣੀ। ਰਹਿਮਤਾਂ ਸ਼ਬਦ ਦਾ ਅਰਥ ਹੈ ਮਿਹਰਬਾਨੀਆਂ। ਰਹਿਮ ਸ਼ਬਦ ਦਾ ਅਰਥ ਹੈ ਤਰਸ ਜਾਂ ਮਿਹਰ। ਛਤਰ ਛਾਇਆ ਸ਼ਬਦ ਦਾ ਅਰਥ ਹੈ ਆਸਰਾ ਜਾਂ ਸਹਾਰਾ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮਨੁੱਖ ਨੂੰ ਕਹਿੰਦੇ ਹਨ ਕਿ ਜੇਕਰ ਮਨੁੱਖ ਆਪਣੇ ਜੀਵਨ ਢੰਗ ਨੂੰ ਦੂਸਰਿਆਂ ਨੂੰ ਦਾਨ ਦੇਣ ਵਾਲਾ, ਵੰਡ ਕੇ ਖਾਣ ਵਾਲਾ ਅਤੇ ਜਿਉਣ ਦੇਣ ਵਾਲਾ ਬਣਾ ਲਵੇਗਾ ਅਤੇ ਆਪਣੇ ਗੁਆਂਢੀਆਂ ਨੂੰ, ਮਿੱਤਰਾਂ ਨੂੰ, ਬੇਗਾਨਿਆਂ ਨੂੰ ਪਿਆਰ, ਉਦਮ ਅਤੇ ਖੁਸ਼ੀਆਂ ਵੰਡੇਗਾ ਤਾਂ ਪਰਮਾਤਮਾ ਉਸ ਲਈ ਬਹੁਤ ਸਾਰੀਆਂ ਰਹਿਮਤਾਂ ਅਤੇ ਦਾਤਾਂ ਦੇ ਭੰਡਾਰ ਖੋਲ੍ਹ ਦੇਵੇਗਾ। ਇਸ ਪ੍ਰਕਾਰ ਮਨੁੱਖਤਾ ਦੀ ਸੇਵਾ ਕਰਨ ਲਈ ਸਾਡੇ ਵੰਡਣ ਨਾਲ ਕੁਝ ਵੀ ਘਟਦਾ ਨਹੀਂ, ਸਗੋਂ ਪਰਮਾਤਮਾ ਸਾਡੇ 'ਤੇ ਹੋਰ ਵੀ ਰਹਿਮਤਾਂ ਕਰਦਾ ਹੈ। ਇਹ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਫਕੀਰ ਦੀ ਸਦਾ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਜੇਕਰ ਲੋਕ ਦੂਜਿਆਂ ਨੂੰ ਦਾਨ ਦੇਣ, ਵੰਡ ਕੇ ਖਾਣ ਅਤੇ ਦੂਸਰਿਆਂ ਨੂੰ ਜਿਉਣ ਦੇਣ ਨੂੰ ਆਪਣੀ ਜੀਵਨ ਵਿਧੀ ਦਾ ਅੰਗ ਬਣਾ ਲੈਣ ਅਤੇ ਸਭ ਲਈ ਪਿਆਰ, ਉਦਮ ਅਤੇ ਖੁਸ਼ੀਆਂ ਖੇੜੇ ਵੰਡਣ ਤਾਂ ਉਹਨਾਂ ਲਈ ਪਰਮਾਤਮਾ ਰਹਿਮਤਾਂ ਅਤੇ ਬਖਸ਼ਿਸ਼ਾਂ ਦੇ ਭੰਡਾਰ ਖੋਲ੍ਹ ਦੇਵੇਗਾ। 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਤੀਸਰੀ ਸ਼ਾਮਿਲ ਕਵਿਤਾ ਦਾ ਨਾਂ ਹੈ ਭਗਤ ਨੂੰ। ਇਸ ਕਵਿਤਾ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਪਰਮਾਤਮਾ ਦੀ ਪੂਜਾ ਕਰਨ ਵਾਲੇ ਭਗਤ ਨੂੰ ਸੰਬੋਧਨ ਕਰਕੇ ਰੱਬ ਦੀ ਪੂਜਾ ਕਰਨ ਦੀ ਥਾਂ ਮਨੁੱਖਤਾ ਦੀ ਪੂਜਾ ਕਰਨ ਲਈ ਕਹਿੰਦੇ ਹਨ, ਕਿਉਂਕਿ ਹਰ ਮਨੁੱਖ ਦੇ ਅੰਦਰ ਪਰਮਾਤਮਾ ਆਪ ਵਸਦਾ ਹੈ। ਕਵਿਤਾ ਹੈ ਭਗਤਾ ਉਹ ਭਗਤ ਕਿਹੜੇ ਰੱਬ ਨੂੰ ਪਿਆ ਢੂੰਡਣਾ ਏ, ਮੈਨੂੰ ਢੂੰਡ ਰੱਬ ਨੂੰ ਜਾਣਨ ਦੇ ਯਤਨ ਕਿਉਂ ਕਰਨਾ ਏ, ਮੈਨੂੰ ਜਾਣ ਰੱਬ ਨੂੰ ਪੂਜਣਾ ਕਿਉਂ ਏ, ਮੈਨੂੰ ਪੂਜ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਰੱਬ ਦੀ ਪੂਜਾ ਕਰਨ ਵਾਲੇ ਭਗਤ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਉਹ ਪਰਮਾਤਮਾ ਨੂੰ ਲੱਭਣ ਦੇ ਯਤਨ ਕਿਉਂ ਕਰ ਰਿਹਾ ਹੈ। ਉਸ ਨੂੰ ਪਰਮਾਤਮਾ ਨੂੰ ਉਸ ਥਾਂ ਲੱਭਣਾ ਚਾਹੀਦਾ ਹੈ ਜਿੱਥੇ ਉਸ ਨੂੰ ਪਰਮਾਤਮਾ ਮਿਲੇਗਾ। ਇਸ ਲਈ ਉਹ ਪਰਮਾਤਮਾ ਦੀ ਪੂਜਾ ਨਾ ਕਰੇ, ਉਸ ਨੂੰ ਲੱਭਣ ਦੇ ਯਤਨ ਕਰਨੇ ਛੱਡ ਕੇ ਮਨੁੱਖ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਰੱਬ ਦੀ ਪੂਜਾ ਕਿਉਂ ਕਰਦਾ ਹੈ, ਉਸ ਨੂੰ ਮਨੁੱਖ ਦੀ ਪੂਜਾ ਕਰਨੀ ਚਾਹੀਦੀ ਹੈ। ਕਿ ਮੈਨੂੰ ਜਾਣੇ ਬਿਨਾ ਰੱਬ ਨੂੰ ਨਾ ਜਾਣੇਗਾ, ਮੈਨੂੰ ਮਿਲੇ ਬਿਨਾ ਰੱਬ ਨੂੰ ਨਾ ਮਿਲੇਗਾ, ਮੈਨੂੰ ਪੂਜੇ ਬਿਨਾ ਰੱਬ ਨੂੰ ਨਾ ਪੂਜੇਗਾ। ਮੇਰੇ ਤੋਂ ਵਡੇਰੀ, ਮੇਰੇ ਤੋਂ ਵਧੇਰੇ ਅਸਚਰਜ ਸ਼ੈ ਹੋਰ ਕਾਈ ਨਹੀਂ, ਰੱਬ ਮੇਰੇ ਵਿੱਚ ਵਸਦਾ ਏ, ਰਹਿੰਦਾ ਏ, ਤੂੰ ਵੀ ਮੇਰੇ ਵਿੱਚ ਵਸ ਕੇ ਰੱਬ ਵਿੱਚ ਰਹੇ।
ਅਸਚਰਜ ਸ਼ਬਦ ਦਾ ਅਰਥ ਹੈ ਹੈਰਾਨੀਜਨਕ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਰੱਬ ਦੀ ਪੂਜਾ ਕਰ ਰਹੇ ਭਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਰੱਬ ਦੀ ਭਾਲ ਤੇ ਪੂਜਾ ਛੱਡ ਕੇ ਉਹ ਮਨੁੱਖ ਨੂੰ ਪੂਜੇ, ਉਸ ਦੀ ਪੂਜਾ ਕਰੇ, ਉਸ ਨੂੰ ਲੱਭੇ ਅਤੇ ਉਸ ਨੂੰ ਜਾਣੇ, ਕਿਉਂਕਿ ਉਸ ਨੂੰ ਜਾਣੇ ਬਿਨਾ ਰੱਬ ਨੂੰ ਨਹੀਂ ਜਾਣਿਆ ਜਾ ਸਕਦਾ। ਉਸ ਨੂੰ ਮਿਲੇ ਬਿਨਾ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਉਸ ਦੀ ਪੂਜਾ ਕੀਤੇ ਬਿਨਾ ਰੱਬ ਦੀ ਪੂਜਾ ਨਹੀਂ ਕੀਤੀ ਜਾ ਸਕਦੀ। ਮਨੁੱਖ ਤੋਂ ਵੱਡੀ ਅਤੇ ਅਨੋਖੀ ਚੀਜ਼ ਦੁਨੀਆ ਉੱਪਰ ਹੋਰ ਕੋਈ ਨਹੀਂ। ਇਸ ਵਿੱਚ ਰੱਬ ਹੀ ਵਸਦਾ ਹੈ। ਇਸ ਕਰਕੇ ਭਗਤ ਨੂੰ ਵੀ ਮਨੁੱਖ ਵਿੱਚ ਹੀ ਵਸਣਾ ਚਾਹੀਦਾ ਹੈ, ਤਾਂ ਹੀ ਉਹ ਸੱਚੇ ਰੱਬ ਵਿੱਚ ਵਸ ਸਕਦਾ ਹੈ। ਮੇਰੇ ਪਿਆਰੇ, ਮੇਰੀ ਗਲਵੱਕੜੀ ਵਿੱਚ ਰੱਬ ਵਸਦਾ ਏ। ਤੂੰ ਵੀ ਮੇਰੇ ਪਿਆਰ ਵਿੱਚ ਆ, ਮੇਰੀ ਗਲਵੱਕੜੀ ਵਿੱਚ ਰਹੋ ਕਿ ਰੱਬ ਵਿੱਚ ਵਸੇ। ਹਾਏ ਤੈਨੂੰ ਰੱਬ ਨਹੀਂ ਅਜੇ ਤੱਕ ਦਿਸਿਆ, ਅੱਖਾਂ ਖੋਲ੍ਹ ਤੇ ਵੇਖ ਕਿ ਉਹ ਮੇਰੇ ਵਿੱਚ ਹੈ ਹੀ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਭਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਰੱਬ ਉਸ ਦੀ ਗਲਵੱਕੜੀ ਵਿੱਚ ਵਸਦਾ ਹੈ। ਉਹ ਵੀ ਰੱਬ ਨੂੰ ਪਿਆਰ ਕਰੇ, ਉਸ ਨੂੰ ਪਿਆਰ ਕਰੇ ਅਤੇ ਉਸ ਦੀ ਗਲਵੱਕੜੀ ਵਿੱਚ ਆ ਜਾਵੇ। ਇਸ ਤਰ੍ਹਾਂ ਉਸ ਦਾ ਰੱਬ ਵਿੱਚ ਨਿਵਾਸ ਹੋ ਜਾਵੇਗਾ। ਜੇ ਉਸ ਨੂੰ ਹੁਣ ਤੱਕ ਉਸ ਵਿੱਚੋਂ ਰੱਬ ਨਹੀਂ ਦਿਸਿਆ ਤਾਂ ਉਹ ਅੱਖਾਂ ਖੋਲ੍ਹ ਕੇ ਧਿਆਨ ਨਾਲ ਵੇਖੇ, ਉਸ ਨੂੰ ਉਸ ਵਿੱਚ ਭਾਵ ਮਨੁੱਖ ਵਿੱਚ ਹੀ ਪਰਮਾਤਮਾ ਵਸਦਾ ਹੋਇਆ ਨਜ਼ਰ ਆਵੇਗਾ। ਇਹ ਸੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਤੀਸਰੀ ਸ਼ਾਮਿਲ ਕਵਿਤਾ ਭਗਤ ਨੂੰ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ, ਰੱਬ ਇੱਧਰ ਉੱਧਰ ਭਾਲ ਕਰਨ ਜਾਂ ਪੂਜਾ ਪਾਠ ਕਰਨ ਨਾਲ ਨਹੀਂ ਮਿਲਦਾ। ਪਰਮਾਤਮਾ ਮਨੁੱਖੀ ਪਿਆਰ ਅਤੇ ਗਲਵੱਕੜੀ ਵਿੱਚੋਂ ਮਿਲਦਾ ਹੈ, ਕਿਉਂਕਿ ਪਰਮਾਤਮਾ ਦਾ ਨਿਵਾਸ ਮਨੁੱਖ ਵਿੱਚ ਹੈ। ਇਸ ਕਰਕੇ ਸਾਨੂੰ ਮਨੁੱਖਤਾ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਸ ਵਿੱਚ ਰੱਬ ਦਾ ਨਿਵਾਸ ਹੈ। ਇਹ ਸਨ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀਆਂ 3 ਕਵਿਤਾਵਾਂ। ਪਹਿਲੀ ਕਵਿਤਾ ਦਾ ਨਾਂ ਹੈ ਵਗਦੇ ਪਾਣੀ। ਇਸ ਕਵਿਤਾ ਵਿੱਚ ਕਵੀ ਨੇ ਜ਼ਿੰਦਗੀ ਦੀ ਪਾਣੀ ਨਾਲ ਤੁਲਨਾ ਕਰਕੇ ਉਸ ਦੇ ਨਿਰੰਤਰ ਚੱਲਦੇ ਰਹਿਣ ਦੀ ਇੱਛਾ ਪ੍ਰਗਟ ਕੀਤੀ ਹੈ। ਕਵੀ ਅਨੁਸਾਰ ਜ਼ਿੰਦਗੀ ਅਤੇ ਪਾਣੀ ਨਿਰੰਤਰ ਚੱਲਦੇ ਰਹਿਣ ਕਰਕੇ ਹੀ ਦੋਵਾਂ ਦੀ ਤਾਜ਼ਗੀ ਬਣੀ ਰਹਿੰਦੀ ਹੈ। ਦੂਸਰੀ ਕਵਿਤਾ ਦਾ ਨਾਂ ਹੈ ਫਕੀਰ ਦੀ ਸਦਾ। ਇਸ ਕਵਿਤਾ ਵਿੱਚ ਕਵੀ ਮਨੁੱਖ ਨੂੰ ਪਰਮਾਤਮਾ ਦੀਆਂ ਮਿਹਰਾਂ ਅਤੇ ਦਾਤਾਂ ਪ੍ਰਾਪਤ ਕਰਨ ਲਈ ਰਲ ਮਿਲ ਕੇ ਰਹਿਣ, ਵੰਡ ਕੇ ਖਾਣ ਅਤੇ ਪਿਆਰ, ਉਦਮ ਅਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੰਦੇ ਹਨ। ਤੀਸਰੀ ਕਵਿਤਾ ਦਾ ਨਾਂ ਹੈ ਭਗਤ ਨੂੰ। ਇਸ ਕਵਿਤਾ ਵਿੱਚ ਕਵੀ ਪਰਮਾਤਮਾ ਦੀ ਪੂਜਾ ਕਰਨ ਵਾਲੇ ਭਗਤ ਨੂੰ ਸੰਬੋਧਨ ਕਰਕੇ ਰੱਬ ਦੀ ਪੂਜਾ ਕਰਨ ਦੀ ਥਾਂ ਮਨੁੱਖਤਾ ਦੀ ਪੂਜਾ ਕਰਨ ਲਈ ਕਹਿੰਦੇ ਹਨ, ਕਿਉਂਕਿ ਹਰ ਮਨੁੱਖ ਦੇ ਅੰਦਰ ਪਰਮਾਤਮਾ ਆਪ ਵਸਦਾ ਹੈ। ਧੰਨਵਾਦ।